डेटाबेस मैनेजमेंट सिस्टम, डीबीएमएस। डीबीएमएस एक ऐसा सॉफ्टवेयर ਹੁੰਦਾ ਹੈ ਜੋ ਡੇਟਾਬੇਸ ਨੂੰ ਮੈਨੇਜ ਕਰਦਾ ਹੈ। ਡੇਟਾਬੇਸ ਕਲੈਕਸ਼ਨ ਆਫ ਡਾਟਾ, ਬਹੁਤ ਸਾਰਾ ਡਾਟਾ ਇਕੱਠਾ ਕਰਕੇ ਜਦੋਂ ਅਸੀਂ ਸਟੋਰ ਕਰ ਲੈਂਦੇ ਹਾਂ ਅਸੀਂ ਉਸਨੂੰ ਡਾਟਾਬੇਸ ਬੋਲਦੇ ਹਾਂ। ਤੇ ਉਸ ਡਾਟਾਬੇਸ ਨੂੰ ਮੈਨੇਜ ਕਰਨਾ, ਮੈਨੇਜ ਤੋਂ ਭਾਵ ਹੁੰਦਾ ਉਹਦੇ 'ਚ ਡਾਟਾ ਸਟੋਰ ਕਰਨਾ, ਰਿਟਰੀਵ ਕਰਨਾ, ਚੇਂਜ ਕਰਨਾ। ਉਹ ਸੌਫਟਵੇਅਰ ਜਿਹੜਾ ਸਾਨੂੰ ਇਸ ਕੰਮ ਲਈ ਮਦਦ ਕਰਦਾ ਹੈ ਉਹ DBMS, ਡਾਟਾਬੇਸ ਮੈਨੇਜਮੈਂਟ ਸਿਸਟਮ। DBMS ਦੇ ਆਉਣ ਤੋਂ ਪਹਿਲਾਂ ਫਾਈਲ ਪ੍ਰੋਸੈਸਿੰਗ ਸਿਸਟਮ ਚੱਲਦਾ ਸੀ। ਫਾਈਲ ਪ੍ਰੋਸੈਸਿੰਗ ਸਿਸਟਮ ਜਿੱਥੇ ਡਾਟਾ ਫਲੈਟ ਫਾਈਲਸ ਦੇ ਵਿੱਚ ਸਟੋਰ ਕਰਕੇ ਰੱਖਿਆ ਜਾਂਦਾ। ਫਲੈਟ ਫਾਈਲਸ ਇਨ ਦਾ ਸੈਂਸ ਕਿ ਜਿਵੇਂ ਨੋਟਪੈਡ ਦੇ ਵਿੱਚ ਤੁਸੀਂ ਡਾਟਾ ਟਾਈਪ ਕਰ ਲਿਆ ਤੇ ਉਹਨੂੰ ਸਟੋਰ ਕਰ ਲਿਆ, ਉਸ ਤਰ੍ਹਾਂ ਦੀ ਫਾਈਲ ਨੂੰ ਫਲੈਟ ਫਾਈਲ ਕਹਾਂਗੇ। ਉਸ ਦੇ ਵਿੱਚ ਟੈਬੂਲਰ ਸਟਰਕਚਰ ਨਹੀਂ ਹੁੰਦਾ, ਟੇਬਲਸ ਨਹੀਂ ਬਣੇ ਹੁੰਦੇ, ਰੋ ਕਾਲਮ ਨਹੀਂ ਬਣੇ। ਉਸ ਦੇ ਵਿੱਚ ਡਾਟਾ ਪੈਰੇ ਦੀ ਵਾਂਗੂ ਲਿਖ ਦਿੰਦੇ ਨੇ ਜਾਂ ਕੌਮੇ ਪਾ ਪਾ ਕੇ ਸੈਪਰੇਟ ਕਰ ਲੈਂਦੇ ਜਾਂ ਸੈਮੀ ਕੋਲਨ ਨਾਲ ਸੈਪਰੇਟ ਕਰ ਸਕਦੇ। ਤੋ ਉਹ ਜਿਹੜਾ ਸਿਸਟਮ ਸੀ ਉਹ ਸਾਡੀਆਂ ਜ਼ਰੂਰਤਾਂ ਪੂਰੀਆਂ ਨਹੀਂ ਸੀ ਕਰਦਾ ਤੇ ਉਹਦੇ ਵਿੱਚ ਡਾਟੇ ਨੂੰ ਸਟੋਰ ਕਰਨਾ, ਉਹਨੂੰ ਰਿਟਰੀਵ ਕਰਨਾ ਉਹ ਕਾਫੀ ਕੰਪਲੈਕਸ ਸੀ। ਅੱਜ ਆਪਾਂ ਉਸ ਦੇ ਬਾਰੇ ਥੋੜੀ ਡਿਸਕਸ਼ਨ ਕਰਾਂਗੇ। तो जिमें मैं दसिया कि फाइल प्रोसैसिंग सिस्टम्स वाज file processing system was an early attempt to computerize the manual files। ਇਹਦੇ ਤੋਂ ਵੀ ਪਹਿਲਾਂ ਕੰਮ ਸਾਰੇ ਮੈਨੂਅਲ ਹੁੰਦੇ ਸੀ। ਜਦੋਂ ਕੰਪਿਊਟਰਾਈਜੇਸ਼ਨ ਸ਼ੁਰੂ ਹੋਈ ਤਾਂ ਪਹਿਲਾਂ ਜਿਹੜਾ ਡਾਟਾ ਸਟੋਰੇਜ ਦਾ ਤਰੀਕਾ ਲੱਭਿਆ ਗਿਆ ਉਸ ਸਮੇਂ ਪੇਪਰ ਵਾਲੀਆਂ ਫਾਈਲਾਂ ਦੀ ਬਜਾਏ ਜਦੋਂ ਕੰਪਿਊਟਰ 'ਚ ਡਾਟਾ ਸਟੋਰ ਕਰਨ ਦੇ ਲਈ ਸੋਚਿਆ ਗਿਆ ਤਾਂ ਫਾਈਲ ਪ੍ਰੋਸੈਸਿੰਗ ਸਿਸਟਮ ਦੇ ਬਾਰੇ ਗੱਲ ਕੀਤੀ ਗਈ, ਕਿਉਂਕਿ ਡਾਟਾ ਐਜ਼ ਇਟ ਇਜ਼ ਜਿਵੇਂ ਫਾਈਲਾਂ 'ਚ ਪਿਆ ਸੀ ਉਸੇ ਤਰ੍ਹਾਂ ਚੱਕ ਚੱਕ ਕੇ ਟਾਈਪ ਕਰਕੇ ਫਾਈਲਾਂ 'ਚ ਸਟੋਰ ਕਰ ਲੈਣਾ, ਕਿਉਂਕਿ ਸਿਸਟਮਸ ਇੰਨੇ ਜ਼ਿਆਦਾ ਡਿਵੈਲਪਡ ਨਹੀਂ ਸੀ, ਅਜੇ ਕੰਪਿਊਟਰਾਈਜੇਸ਼ਨ ਸ਼ੁਰੂਆਤ ਹੋਈ ਸੀ। ਸੋ ਜਿਸ ਤਰ੍ਹਾਂ ਦੀ ਵੀ ਉਸ ਵੇਲੇ ਮਾਈਂਡ 'ਚ ਗੱਲ ਆਈ ਰਿਸਰਚਰਸ ਦੇ, ਉਹਨਾਂ ਨੇ ਉਸ ਤਰ੍ਹਾਂ ਨਾਲ ਫਾਈਲ ਪ੍ਰੋਸੈਸਿੰਗ ਸਿਸਟਮ ਤੋਂ ਕੰਮ ਸ਼ੁਰੂ ਕਰਿਆ। In the traditional approach we use flat files। flat file ਹੁੰਦੀ ਹੈ ਜਿੱਥੇ ਅਸੀਂ ਕੋਈ ਸਟਰਕਚਰ ਯੂਜ਼ ਨਹੀਂ ਕਰਦੇ, ਕੋਈ ਰੋ ਕਾਲਮ, ਕੋਈ ਫੀਲਡ ਨੇਮ ਅਸੀਂ ਉੱਥੇ ਸਪੈਸੀਫਾਈ ਨਹੀਂ ਕਰਦੇ। ਉਹ ਅੰਡਰਸਟੂਡ ਹੀ ਕਰਨਾ ਪੈਂਦਾ ਹੈ ਕਿ ਜਦੋਂ ਅਸੀਂ ਪ੍ਰੋਗਰਾਮ ਬਣਾਵਾਂਗੇ ਪ੍ਰੋਗਰਾਮ ਦੇ ਅੰਦਰ ਹੀ ਕੋਡਿੰਗ ਕਰਨੀ ਪੈਗੀ ਕਿ ਕਿਹੜਾ ਫੀਲਡ ਨੇਮ ਹੈ, ਕਿਹੜਾ ਐਡਰੈਸ ਹੈ। ਮਤਲਬ ਅਸੀਂ ਡਾਟਾਬੇਸ ਦੇ ਅੰਦਰ ਸਪੈਸੀਫਾਈ ਨਹੀਂ ਕਰਦੇ, ਅਸੀਂ ਡਾਟਾਬੇਸ ਇੱਕ ਫਾਈਲ ਦੇ ਤਰ੍ਹਾਂ ਹੀ ਸਟੋਰ ਕਰਦੇ ਹਾਂ। ਜਿਵੇਂ ਅਸੀਂ ਲੈਟਰ ਲਿਖ ਕੇ ਸੇਵ ਕਰ ਲੈਂਦੇ ਹਾਂ, ਸੇਮ ਉਸ ਤਰ੍ਹਾਂ ਨਾਲ ਡਾਟੇ ਨੂੰ ਸਟੋਰ ਕਰ ਲੈਣਾ ਉਹ ਫਲੈਟ ਫਾਈਲ। ਟੂ ਸਟੋਰ ਇਨਫੋਰਮੇਸ਼ਨ ਵਿਚ are maintained by the file system under the control of operating system। ਫਾਈਲ ਸਿਸਟਮ ਬਾਰੇ ਪਤਾ ਵੀ ਫਾਈਲ ਸਿਸਟਮ ਕੀ ਹੈ, ਹਾਰਡ ਡਿਸਕ ਦੇ ਉੱਤੇ ਜੋ ਸਾਡਾ ਫਾਈਲਾਂ ਸਟੋਰ ਕਰਨ ਵਾਲਾ ਸਿਸਟਮ ਹੈ ਉਸ ਨੂੰ ਫਾਈਲ ਸਿਸਟਮ ਕਹਿੰਦੇ।
ਜਦੋਂ ਡਾਟਾ ਅਸੀਂ ਉਹਨਾਂ ਫਾਈਲਾਂ 'ਚ ਹੀ ਸਟੋਰ ਕਰਾਂਗੇ ਤਾਂ ਉਹਨੂੰ ਅਸੀਂ ਫਾਈਲ ਪ੍ਰੋਸੈਸਿੰਗ ਸਿਸਟਮ ਬੋਲਾਂਗੇ। Here flat files are files containing records having no structured relationship among them। ਹੁਣ ਮੰਨ ਲਓ ਤੁਸੀਂ 4-5 ਫਾਈਲਾਂ ਬਣਾ ਲਈਆਂ, ਹਰੇਕ ਦੇ ਵਿੱਚ ਡਾਟਾ ਰੱਖਿਆ ਹੈ, ਉਹਨਾਂ ਦਾ ਆਪਸ ਵਿੱਚ ਕੋਈ ਰਿਲੇਸ਼ਨ ਨਹੀਂ ਤੁਸੀਂ ਸ਼ੋਅ ਕਰ ਸਕਦੇ, ਕਿਉਂਕਿ ਹਰੇਕ ਫਾਈਲ ਇੰਡੀਪੈਂਡੈਂਟ ਫਾਈਲ ਹੁੰਦੀ ਹੈ ਤੇ ਡਾਟਾ 'ਚ ਕੋਈ ਰਿਲੇਸ਼ਨ ਇੱਕ ਫਾਈਲ ਦਾ ਦੂਸਰੀ ਨਾਲ ਕੋਈ ਬਣਦਾ ਨਹੀਂ ਜਦੋਂ ਅਸੀਂ ਉਹਨੂੰ ਫਲੈਟ ਫਾਈਲਾਂ ਦੇ ਵਿੱਚ ਸਟੋਰ ਕਰਕੇ ਰੱਖਦੇ। ਪਰ DBMS 'ਚ ਬਣਦਾ ਹੁੰਦਾ, ਅਸੀਂ ਉੱਥੇ ਫਾਈਲ ਨੂੰ ਦੂਜੀ ਫਾਈਲ ਦੇ ਨਾਲ ਰਿਲੇਸ਼ਨ ਬਣਾ ਕੇ ਕਨੈਕਟ ਕਰਕੇ ਚੱਕ ਲੈਂਦੇ ਡਾਟਾ। The file handling which is done under C++ is an example of traditional file processing system। C language ਦੇ ਵਿੱਚ ਜਾਂ C++ 'ਚ ਆਪਾਂ ਫਾਈਲਸ ਬਣਾਈਆਂ ਹੋਣਗੀਆਂ ਤੁਸੀਂ ਸੇਵ ਕਰਨ ਲਈ ਡਾਟਾ, ਉਹ ਜਿਹੜਾ ਤਰੀਕਾ ਸੀ ਉਹ traditional file processing systems। The application programs written in C++ like programming languages go through the file system to access these flat files। ਆਪਾਂ ਨੂੰ ਪਤਾ C ਲੈਂਗੁਏਜ ਫਾਈਲ ਓਪਨ ਕਰਨ ਦੇ ਲਈ F ਓਪਨ ਕਮਾਂਡ ਦਿੰਦੇ ਸੀ, ਸਟੇਟਮੈਂਟ ਲਿਖਦੇ, ਰੀਡ ਮੋਡ ਜਾਂ ਰਾਈਟ ਮੋਡ 'ਚ ਉਹਨੂੰ ਖੋਲ੍ਹਦੇ ਸੀ। ਉਹ ਫਾਈਲ ਇੱਕ ਫਲੈਟ ਫਾਈਲ ਸੀ ਜਿਸ ਦੇ ਵਿੱਚ ਅਸੀਂ ਡਾਟਾ ਸਟੋਰ ਕਰਦੇ ਸੀ, ਜਿਸ ਨੂੰ ਅਸੀਂ ਓਪਨ ਕਰਦੇ ਸੀ, ਰੀਡ ਕਰਦੇ ਸੀ, ਰਾਈਟ ਕਰਦੇ ਸੀ। ਆ ਕੁਛ ਇੱਕ ਵੈਸੇ ਹੀ ਇਨਫੋਰਮੇਸ਼ਨ ਵਾਸਤੇ ਹੈ, ਸਮਝਣ ਵਾਸਤੇ। ਜਿਵੇਂ ਹੁਣ ਇੱਥੇ ਆ ਫਾਈਲ ਹੈ student detail.dat, book information.dat, issue and return.dat, account information.dat। ਇਹਨਾਂ ਦੀ ਡਾਟਾ ਫਾਈਲਾਂ ਨੇ ਫਲੈਟ ਫਾਈਲਸ। ਫਾਈਲ ਸਿਸਟਮ ਹੈ ਜਿਹੜਾ ਇਹਨਾਂ ਨੂੰ ਕੰਟਰੋਲ ਕਰਕੇ ਰੱਖਦਾ। ਤੇ ਆ ਸਾਡੇ ਐਪਲੀਕੇਸ਼ਨ ਪ੍ਰੋਗਰਾਮਸ ਨੇ, ਜਿਵੇਂ ਆਪਾਂ C ਜਾਂ C++ 'ਚ ਬਣਾਉਂਦੇ ਸੀ, ਜਿਹੜੇ ਇਹਨਾਂ ਦੇ ਵਿੱਚੋਂ ਡਾਟਾ ਪੜ੍ਹ ਰਹੇ, ਜਿਵੇਂ ਆ ਸਟੂਡੈਂਟ ਪਰਸਨਲ ਡਾਟਾ ਪ੍ਰੋਸੈਸਿੰਗ ਐਪਲੀਕੇਸ਼ਨ ਪ੍ਰੋਗਰਾਮ, ਆ ਲਾਇਬ੍ਰੇਰੀ ਪ੍ਰੋਸੈਸਿੰਗ ਐਪਲੀਕੇਸ਼ਨ ਪ੍ਰੋਗਰਾਮ, ਆ ਅਕਾਊਂਟ ਪ੍ਰੋਸੈਸਿੰਗ ਐਪਲੀਕੇਸ਼ਨ ਪ੍ਰੋਗਰਾਮ। ਸੋ ਇਹ ਜਿਹੜੇ ਪ੍ਰੋਗਰਾਮ ਨੇ ਇਹ C++ ਵਗੈਰਾ 'ਚ ਮੰਨ ਲਓ ਪੜ੍ਹੇ ਹੋਏ ਨੇ। ਫਾਈਲ ਸਿਸਟਮ ਆਪਰੇਟਿੰਗ ਸਿਸਟਮ ਦੇ ਕੰਟਰੋਲ 'ਚ ਹੈ ਤੇ ਫਾਈਲ ਸਿਸਟਮ ਦੇ ਉੱਪਰ ਆ ਫਾਈਲਾਂ ਬਣੀਆਂ ਹੋਈਆਂ ਨੇ ਜਿਨ੍ਹਾਂ ਨੂੰ ਸਾਡੇ ਐਪਲੀਕੇਸ਼ਨ ਫਾਈਲ ਸਿਸਟਮ ਦੇ ਥਰੂ ਐਕਸੈਸ ਕਰ ਰਹੇ, ਕਿਉਂਕਿ ਸਟੋਰੇਜ ਫਾਈਲ ਸਿਸਟਮ ਤੇ ਹੋਈ। Characteristics ਕੀ ਨੇ traditional file processing system। It is a group of files। ਕਾਫੀ ਚੀਜ਼ਾਂ ਕਲੀਅਰ ਹੋ ਗਈਆਂ ਨੇ, ਉਹੀ characteristics ਨੇ ਜਿਹੜੀਆਂ ਮੈਂ ਤੁਹਾਨੂੰ ਦੱਸ ਚੁੱਕੀ। It is a group of files storing data of an organization। 1 2 10 15 ਫਾਈਲਾਂ ਹੋ ਸਕਦੀਆਂ ਨੇ, ਡਿਪੈਂਡਿੰਗ ਔਨ ਦਾ ਸਾਈਜ਼ ਆਫ ਦਾ ਆਰਗੇਨਾਈਜੇਸ਼ਨ। ਫਾਈਲਾਂ ਵੱਧ ਵੀ ਹੋ ਸਕਦੀਆਂ ਨੇ, ਛੋਟੀ ਆਰਗੇਨਾਈਜੇਸ਼ਨ ਘੱਟ ਹੋ ਸਕਦੀ ਹੈ, ਇੱਕ ਵੀ ਹੋ ਸਕਦੀ ਹੈ। ਈਚ ਫਾਈਲ ਇਜ਼ ਇੰਡੀਪੈਂਡੈਂਟ ਫਰੋਮ ਵਨ ਅਨਦਰ। ਆਪਾਂ ਗੱਲ ਕਰ ਚੁੱਕੇ ਹਾਂ ਕਿ ਦੋਨੋਂ ਫਾਈਲਾਂ ਜੇ 10 ਫਾਈਲਾਂ ਬਣਾਉਣੇ ਉਹਨਾਂ ਦਾ ਆਪਸ ਵਿੱਚ ਕੋਈ ਲਿੰਕ ਨਹੀਂ ਹੈ, ਦੇ ਆਰ ਇੰਡੀਪੈਂਡੈਂਟ ਫਾਈਲਸ। ਈਚ ਫਾਈਲ ਇਜ਼ ਕਾਲਡ ਏ ਫਲੈਟ ਫਾਈਲ, ਕਿਉਂਕਿ ਉਹ 'ਚ ਕੋਈ ਸਟਰਕਚਰ ਨਹੀਂ ਹੈ, ਉਹਦੇ 'ਚ ਕੋਈ ਰਿਲੇਸ਼ਨਸ਼ਿਪ ਨਹੀਂ ਹੈ, ਇਸ ਕਰਕੇ ਉਸਨੂੰ ਅਸੀਂ ਫਲੈਟ ਫਾਈਲ ਬੋਲਦੇ। ਈਚ ਫਾਈਲ ਕੰਟੇਨਸ ਇਨਫੋਰਮੇਸ਼ਨ ਫॉर one specific function such as accounting or inventory। ਜਿਸ ਕੰਮ ਦੇ ਲਈ ਉਸ ਫਾਈਲ ਨੂੰ ਬਣਾਇਆ ਗਿਆ ਉਹਦੇ ਨਾਲ ਰਿਲੇਟਡ ਹੀ ਇਨਫੋਰਮੇਸ਼ਨ ਉਹ 'ਚ ਹੋਏਗੀ। ਜੇ ਆਪਾਂ ਮੰਨ ਲਓ ਇੰਪਲਾਈ ਦੀ ਫਾਈਲ ਬਣਾਈ ਹੈ ਤਾਂ ਉਹ 'ਚ ਸਟੂਡੈਂਟ ਦੀ ਥੋੜ੍ਹੀ ਹੋਏਗੀ। ਸਪੈਸੀਫਿਕ ਇਨਫੋਰਮੇਸ਼ਨ ਜਿਸ ਤਰ੍ਹਾਂ ਦਾ ਉਸ ਤੋਂ ਕੰਮ ਲਿਆ ਜਾਣਾ ਫਾਈਲ ਤੋਂ, ਉਸ ਤਰ੍ਹਾਂ ਦੀ ਉਹਦੇ 'ਚ ਹੁੰਦੀ ਹੈ। Files are designed by using programs written in programming languages such as C or C++। ਉਹਨਾਂ 'ਚੋਂ ਫਾਈਲਸ ਤੋਂ ਡਾਟਾ ਰੀਡ ਕਰਨਾ ਜਾਂ ਰਾਈਟ ਕਰਨ ਦੇ ਲਈ ਪ੍ਰੋਗਰਾਮਿੰਗ ਕਰਨੀ ਚਾਹੀਦੀ, ਤੁਸੀਂ ਕੀਤੀ ਹੋਣੀ ਹੈ C++। ਜੇ ਮੰਨ ਲਓ ਫਿਜ਼ੀਕਲ ਚੇਂਜਸ ਆ ਜਾਂਦੀਆਂ ਨੇ ਫਾਈਲ 'ਚ, ਫਿਜ਼ੀਕਲ ਚੇਂਜਸ ਇਨ ਫਾਈਲ ਰਿਜ਼ਲਟਸ ਇਨ ਇੰਟੈਂਸਿਵ ਰੀਵਰਕ ਬਾਏ ਦਾ ਪ੍ਰੋਗਰਾਮ। ਮੰਨ ਲਓ ਤੁਸੀਂ ਫਾਈਲ ਦੇ ਵਿੱਚੋਂ ਦਾ ਜਿਹੜਾ ਫਾਰਮੇਟ ਹੈ ਉਹ ਥੋੜ੍ਹਾ ਬਦਲ ਦਿੰਦੇ ਹੋ, ਲਾਈਕ ਤੁਸੀਂ ਕੌਮੇ ਪਾ ਕੇ ਡਾਟਾ ਭਰਿਆ ਸੀ, ਤੁਸੀਂ ਸੈਮੀਕੋਲਨ ਪਾ ਦਿੰਦੇ ਹੋ, ਤਾਂ ਤੁਹਾਨੂੰ ਪ੍ਰੋਗਰਾਮ ਚੇਂਜ ਕਰਨਾ ਪਏਗਾ। ਜਾਂ ਤੁਸੀਂ ਇੱਕ ਨਵਾਂ ਫੀਲਡ ਉਹਦੇ ਵਿੱਚ ਐਡ ਕੀਤਾ, ਪਹਿਲਾਂ ਤੁਸੀਂ ਬਰਥ ਡੇਟ ਨਹੀਂ ਸੀ ਐਡ ਕੀਤੀ, ਨਵੀਂ ਐਡ ਕਰਤੀ, ਤਾਂ ਵੀ ਤੁਹਾਨੂੰ ਪ੍ਰੋਗਰਾਮ ਚੇਂਜ ਕਰਨਾ ਪਏਗਾ। ਇਸ ਤਰ੍ਹਾਂ ਨਾਲ ਮਤਲਬ ਜਦੋਂ ਡਾਟਾ ਤੇ ਨਾਲ ਉਹ ਇੰਨੀ ਜ਼ਿਆਦਾ ਬਾਉਂਡ ਹੁੰਦੀਆਂ ਨੇ ਫਾਈਲਾਂ, ਇੰਨਾ ਡਿਪੈਂਡੈਂਟ ਹੁੰਦੀਆਂ ਨੇ,
ਜੇ ਡਾਟਾ 'ਚ ਚੇਂਜ ਆਏਗੀ ਤਾਂ ਪ੍ਰੋਗਰਾਮ ਚੇਂਜ ਕਰ ਦਿੱਤਾ। ਫਾਈਲ ਪ੍ਰੋਸੈਸਿੰਗ ਸਿਸਟਮਸ ਆਫਰਡ ਲਿਟਲ ਫਲੈਕਸੀਬਿਲਿਟੀ, ਉਹ ਗੱਲ ਉੱਪਰ ਦੇ ਨਾਲ ਰਿਲੇਟਡ ਹੀ ਹੈ ਵੀ ਜਦੋਂ ਫਲੈਕਸੀਬਲ ਨਹੀਂ ਹੈਗੇ ਤੁਸੀਂ ਉਹਨਾਂ ਨੂੰ ਚੇਂਜਸ ਕਰਦੇ ਹੋ ਤਾਂ ਉਹ ਉਹਦੇ ਸਾਈਡ ਇਫੈਕਟ ਹੋ ਜਾਂਦੇ ਨੇ ਤੇ ਉਹ ਫਿਰ ਸਾਈਡ ਇਫੈਕਟ ਵੀ ਠੀਕ ਕਰਨੇ ਐਂਡ ਵਾਰ ਡਿਫਿਕਲਟ ਟੂ ਮੇਨਟੇਨ। ਫਲੈਕਸੀਬਿਲਿਟੀ ਨਹੀਂ ਹੈ ਤੇ ਉਹਨਾਂ ਨੂੰ ਮੇਨਟੇਨ ਕਰਨਾ ਮੁਸ਼ਕਲ। ਕੀ ਲਿਮਿਟੇਸ਼ਨਸ ਨੇ ਟ੍ਰੈਡੀਸ਼ਨਲ ਫਾਈਲ ਪ੍ਰੋਸੈਸਿੰਗ ਸਿਸਟਮ? ਸੈਪਰੇਟਡ ਐਂਡ ਆਈਸੋਲੇਟਡ ਡਾਟਾ, ਜਿਹੜੀਆਂ ਫਾਈਲਾਂ ਬਣਦੀਆਂ ਨੇ ਉਹਨਾਂ ਦੇ ਵਿੱਚ ਡਾਟਾ ਜਿਹੜਾ ਹੈ ਅਲੱਗ-ਅਲੱਗ ਪਿਆ ਰਹਿੰਦਾ ਹੈ, ਉਹਨਾਂ ਦਾ ਆਪਸ ਵਿੱਚ ਕੋਈ ਲਿੰਕ ਅਸੀਂ ਐਸਟੈਬਲਿਸ਼ ਨਹੀਂ ਕਰ ਸਕਦੇ ਇੱਕ ਫਾਈਲ ਦਾ ਦੂਜੀ ਨਾਲ। ਜੇ ਕੁਝ ਕਰਨਾ ਹੈ ਇੱਦਾਂ ਦੋ ਫਾਈਲਾਂ ਚੋਂ ਡਾਟਾ ਰੀਡ ਵੀ ਕਰਨਾ ਹੈ ਤਾਂ ਵੀ ਪ੍ਰੋਗਰਾਮਿੰਗ ਕਰਨੀ ਪਏਗੀ, ਸਿਰਦਰਦੀ ਪ੍ਰੋਗਰਾਮਰ ਦੀ ਆ ਜਾਂਦੀ ਹੈ, ਉਹ ਫਾਈਲਾਂ ਆਪਸ ਵਿੱਚ ਇੱਕ ਦੂਜੇ ਨਾਲ ਕਨੈਕਟ ਨਹੀਂ। If required data is to be fetched from multiple files, these files need to be evaluated to find a relationship between them. Accordingly, the code need to be written in programming language to fetch that data, which is much difficult. ਜੇ ਮਲਟੀਪਲ ਫਾਈਲਸ ਤੁਸੀਂ ਬਣਾਈਆਂ ਨੇ ਉਹਨਾਂ ਦੇ ਵਿੱਚ ਤੁਸੀਂ ਡਾਟਾ ਸਟੋਰ ਕਰਿਆ ਤਾਂ ਉਹ ਫਾਈਲਾਂ ਐਨਾਲਾਈਜ਼ ਕਰਨੀਆਂ ਪੈਣਗੀਆਂ ਪ੍ਰੋਗਰਾਮਰ ਨੂੰ, ਉਹਨਾਂ ਦਾ ਰਿਲੇਸ਼ਨਸ਼ਿਪ ਲੱਭਣਾ ਪਏਗਾ ਪ੍ਰੋਗਰਾਮਰ ਨੂੰ ਤੇ ਉਹ ਰਿਲੇਸ਼ਨਸ਼ਿਪ ਉਹਨੂੰ ਕੋਡ ਦੇ ਵਿੱਚ ਬਣਾਉਣਾ ਪਏਗਾ। ਡਾਟਾਬੇਸ ਜਿਵੇਂ DBMS ਜਾਂ RDBMS ਨੇ ਉਹ ਸੌਫਟਵੇਅਰ ਦੇ ਅੰਦਰ ਹੁੰਦਾ ਹੈ ਸਾਰਾ ਕੁਝ, ਰਿਲੇਸ਼ਨਸ਼ਿਪ ਬਣਾਉਣ ਦਾ ਤਰੀਕਾ ਆਪਾਂ ਜਦੋਂ ਅੱਗੇ ਜਾਵਾਂਗੇ ਪਤਾ ਲੱਗੇ, ਪਰ ਇਹਨਾਂ 'ਚ ਨਹੀਂ ਹੋਏਗਾ। ਫਾਈਲਾਂ ਇੰਡੀਪੈਂਡੈਂਟ ਨੇ, ਉਹਨਾਂ ਦਾ ਕੋਈ ਰਿਲੇਸ਼ਨਸ਼ਿਪ ਨਹੀਂ ਬਣ ਸਕਦਾ, ਪ੍ਰੋਗਰਾਮਰ ਆਪਣੇ ਲੈਵਲ ਤੇ ਉਹਦੇ ਤੇ ਲੌਜਿਕ ਲਾਏਗਾ ਤੇ ਤਾਂ ਉਹ ਰਿਲੇਸ਼ਨਸ਼ਿਪ ਬਣਾ ਕੇ ਪ੍ਰੋਗਰਾਮੈਟਿਕਲੀ ਉਹ ਚੋਂ ਡਾਟਾ ਲੱਭਿਆ ਜਾਏ। Duplication of data, often the same information stored in more than one file, which creates many problems. ਹੁਣ ਮੰਨ ਲਓ ਲਾਇਬ੍ਰੇਰੀ ਵਾਲਿਆਂ ਨੇ ਡਾਟਾ ਰੱਖਿਆ, ਉਹਦੇ 'ਚ ਵੀ ਤੁਹਾਡਾ ਨਾਮ ਹੈ, ਤੁਹਾਡਾ ਰੋਲ ਨੰਬਰ ਹੈ, ਤੁਸੀਂ ਕਿਹੜੀ ਬੁੱਕ ਇਸ਼ੂ ਕਰਾਈ, ਕਿੰਨੀ ਤਰੀਕ ਨੂੰ ਕਰਾਈ, ਇਹ ਰੱਖਦੇ। ਤੇ ਇੱਕ ਐਡਮਿਸ਼ਨ ਜਿੱਥੇ ਹੁੰਦੀ ਹੈ, ਐਡਮਿਸ਼ਨ ਵਾਲਿਆਂ ਨੇ ਉਹਨਾਂ ਨੇ ਵੀ ਇਹੀ ਕੰਮ ਰੱਖਿਆ ਹੋਇਆ, ਰੋਲ ਨੰਬਰ ਹੈ, ਨੇਮ ਹੈ, ਐਡਰੈਸ ਹੈ, ਡੇਟ ਆਫ ਬਰਥ ਹੈ। ਫੀਸ ਵਾਲਿਆਂ ਨੇ ਫਿਰ ਇਸੇ ਤਰ੍ਹਾਂ ਰੋਲ ਨੰਬਰ ਹੈ, ਨੇਮ ਹੈ, ਫੀਸ ਕਿੰਨੀ ਆਈ, ਨੇਮ ਐਡਰੈਸ ਵੀ ਉੱਥੇ ਵੀ ਹੋਏਗਾ, ਫੋਨ ਨੰਬਰ। ਸੋ ਇੱਕੋ ਹੀ ਬੰਦੇ ਦਾ ਡਾਟਾ ਕਈ ਫਾਈਲਾਂ ਦੇ ਵਿੱਚ ਕਾਪੀ ਕੀਤਾ ਗਿਆ, ਡੁਪਲੀਕੇਟ। ਜੇ ਮੰਨ ਲਓ ਬੰਦਾ ਆਪਣਾ ਐਡਰੈਸ ਬਦਲ ਲੈਂਦਾ ਹੈ ਤਾਂ ਜਿੱਥੇ ਜਿੱਥੇ ਵੀ ਉਹਦਾ ਡਾਟਾ ਹੈ ਫੀਸ ਵਾਲਿਆਂ ਨੂੰ ਵੀ ਦੱਸਣਾ ਪਏਗਾ ਉਹਦਾ ਐਡਰੈਸ ਬਦਲੋ, ਐਡਮਿਸ਼ਨ ਵਾਲਿਆਂ ਨੂੰ ਵੀ ਦੱਸਣਾ ਪਏਗਾ, ਲਾਇਬ੍ਰੇਰੀ ਵਾਲਿਆਂ ਨੂੰ ਵੀ ਦੱਸਣਾ ਪਏਗਾ ਕਿ ਇਸਦਾ ਐਡਰੈਸ ਬਦਲੋ, ਫੋਨ ਨੰਬਰ ਬਦਲ ਗਿਆ ਤਾਂ ਵੀ ਇਦਾਂ ਹੀ। ਸੋ ਇਹ ਬਹੁਤ ਪ੍ਰੋਬਲਮ ਕ੍ਰੀਏਟ ਹੁੰਦੀ ਹੈ। ਜੇ ਇੱਕ ਜਗ੍ਹਾ ਤੇ ਨਾਂ ਬਦਲਿਆ ਗਿਆ ਉਹ ਪ੍ਰੋਬਲਮ ਕ੍ਰੀਏਟ ਕਰ ਦੇਗਾ। ਮੰਨ ਲਓ ਚਿੱਠੀ ਆਉਣੀ ਸੀ ਫੀਸ ਵਾਲਿਆਂ ਦੀ ਪੁਰਾਣੇ ਐਡਰੈਸ ਤੇ ਚਲੀ ਗਈ, ਉਹਨਾਂ ਨੇ ਬਦਲਿਆ ਨਹੀਂ ਸੀ, ਇਹਨੂੰ ਇਨਕਨਸਿਸਟੈਂਸੀ ਆਫ ਡਾਟਾ ਬੋਲਦੇ ਆ, ਜੋ ਇਹਦੇ ਕਰਕੇ ਆਉਂਦੀ। ਜੇ ਉਹ ਡੁਪਲੀਕੇਟ ਨਾ ਹੋਵੇ, ਇੱਕੋ ਹੀ ਜਗ੍ਹਾ ਹੋਵੇ ਤਾਂ ਨਹੀਂ ਲੋੜ ਪਏਗੀ। ਇੱਕ ਜਗ੍ਹਾ ਬਦਲਾਂਗੇ ਉਸੇ ਡਾਟੇ ਨੂੰ ਸਾਰੇ ਯੂਜ਼ ਕਰਨਗੇ, ਲਾਇਬ੍ਰੇਰੀ ਵਾਲੇ ਵੀ ਉਹੀ ਯੂਜ਼ ਕਰਨਗੇ ਕਿਉਂਕਿ ਨੈਟਵਰਕ ਨਾਲ ਕਨੈਕਟਡ ਹੋਏਗਾ। ਪਰ ਟ੍ਰੈਡੀਸ਼ਨਲ ਫਾਈਲ ਪ੍ਰੋਸੈਸਿੰਗ ਸਿਸਟਮ 'ਚ ਇਹ ਫੈਸਿਲਿਟੀ ਨਹੀਂ ਸੀ। ਡੁਪਲੀਕੇਸ਼ਨ ਇਜ਼ ਵੇਸਟਫੁਲ, ਇਟ ਕਾਸਟ ਟਾਈਮ ਐਂਡ ਮਨੀ ਟੂ ਐਂਟਰ ਦਾ ਡਾਟਾ ਮੋਰ ਦੈਨ ਵਨਸ। ਹੁਣ ਜਿੱਥੇ 3 ਆਪਰੇਟਰ ਕੰਮ ਕਰਦੇ ਨੇ, ਲਾਇਬ੍ਰੇਰੀ ਨੇ ਅੱਡ ਆਪਣਾ ਆਪਰੇਟਰ ਰੱਖਿਆ ਹੋਇਆ ਡਾਟਾ ਭਰਨ ਲਈ, ਐਡਮਿਸ਼ਨ ਵਾਲਿਆਂ ਨੇ ਅੱਡ, ਫੀਸ ਵਾਲਿਆਂ ਨੇ ਅੱਡ, ਤਿੰਨਾਂ ਦੀ ਤਨਖਾਹ ਦੇਣੀ ਪਏਗੀ, ਕਿੱਥੇ ਇੱਕ ਬੰਦੇ ਨੇ ਕਰ ਦੇਣਾ ਜੇ ਇੱਕ ਜਗ੍ਹਾ ਹੁੰਦਾ। ਦੂਜੀ ਗੱਲ ਹੈ ਕਿ ਉਹ ਐਡੀਸ਼ਨਲ ਸਟੋਰੇਜ ਰੁਕੇਗੀ, ਮੈਮਰੀ, ਸਟੋਰੇਜ, ਹਾਰਡ ਡਿਸਕ ਦੀ ਸਪੇਸ 3 ਗੁਣਾ ਰੁਕ ਰਹੀ ਹੈ, ਕਿੱਥੇ ਇੱਕ ਨਾਲ ਸਰ ਜਾਣਾ ਸੀ। ਇਹਦੇ ਤੇ ਵੀ ਕਾਸਟ ਲੱਗੇਗੀ ਐਡੀਸ਼ਨਲ। ਤੇ ਇੱਕ ਵੱਡੀ ਪ੍ਰੋਬਲਮ ਹੈ ਡੁਪਲੀਕੇਸ਼ਨ ਕੈਨ ਲੀਡ ਟੂ ਲਾਸ ਆਫ ਡਾਟਾ ਇੰਟੈਕਟ। ਮੈਂ ਕੰਸਿਸਟੈਂਸੀ ਦੀ ਗੱਲ ਕਰਕੇ 3 ਜਗ੍ਹਾ ਤੇ ਅੱਡ ਅੱਡ ਡਾਟਾ ਉਹੀ ਕਾਪੀ ਕਰਿਆ ਪਿਆ, ਇੱਕ ਜਗ੍ਹਾ ਤੇ ਚੇਂਜ ਕਰਤਾ, 2 ਜਗ੍ਹਾ ਤੇ ਨਹੀਂ ਹੋਇਆ ਤਾਂ ਉਹ ਪ੍ਰੋਬਲਮ ਕ੍ਰੀਏਟ ਕਰ। ਦੈਟ ਇਜ਼ ਡਾਟਾ ਇਜ਼ ਨੋ ਲੋਂਗਰ ਕੰਸਿਸਟੈਂਟ। ਡਾਟਾ ਕੰਸਿਸਟੈਂਸੀ ਬਹੁਤ ਜ਼ਰੂਰੀ ਹੈ। ਕੰਸਿਸਟੈਂਸੀ ਮਤਲਬ ਡਾਟੇ 'ਚ ਕੋਈ ਕਨਫਿਊਜ਼ਨ ਨਾ ਹੋਵੇ। ਮੰਨ ਲਓ ਇੱਕ ਐਡਰੈਸ ਹੋਰ ਹੈ, ਦੂਜੀ ਜਗ੍ਹਾ ਤੇ ਹੋਰ ਹੈ, ਕਨਫਿਊਜ਼ ਹੋ ਗਏ ਨਾ, ਪਤਾ ਨਹੀਂ ਕਿਹੜਾ ਸਹੀ ਹੈ। ਡਿਪਾਰਟਮੈਂਟ ਵਾਲੇ ਤਾਂ ਕਨਫਿਊਜ਼ ਹੋ ਜਾਣਗੇ, ਫਿਰ ਉਹ ਤੁਹਾਨੂੰ ਬੁਲਾਉਣਗੇ, ਤੁਹਾਨੂੰ ਪੁੱਛਣਗੇ ਭਾਈ ਤੇਰਾ ਕਿਹੜਾ ਐਡਰੈਸ ਸਹੀ ਹੈ।
तो एक बच्चे तो ऐ पूछना तो बहुत मुश्किल। ਇਹਨੂੰ ਡਾਟਾ ਇਨਕਨਸਿਸਟੈਂਸੀ ਸੀ ਬੋਲਦੇ ਹਾਂ, ਜੋ ਨਹੀਂ ਹੋਣੀ ਚਾਹੀਦੀ, ਡੁਪਲੀਕੇਸੀ ਦੇ ਨਾਲ ਇਹ ਪ੍ਰੋਬਲਮ ਕ੍ਰੀਏਟ ਹੋ। ਡਾਟਾ ਡਿਪੈਂਡੈਂਸ ਇਨ ਫਾਈਲ ਬੇਸਡ ਅਪਰੋਚ ਐਪਲੀਕੇਸ਼ਨ ਪ੍ਰੋਗਰਾਮਸ ਆਰ ਡਾਟਾ ਡਿਪੈਂਡੈਂਟ। ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਵੈਸੇ ਵੀ ਪ੍ਰੋਗਰਾਮ ਹੈ ਜਿਹੜਾ ਉਹ ਡਾਟੇ ਤੇ ਡਿਪੈਂਡ ਕਰਦਾ। ਜੇ ਡਾਟੇ ਦੇ ਫਿਜ਼ੀਕਲ ਸਟਰਕਚਰ 'ਚ ਚੇਂਜ ਆਉਂਦੀ ਹੈ, ਉਹਦੀ ਰਿਪਰੈਜ਼ੈਂਟੇਸ਼ਨ ਚੇਂਜ ਆਉਂਦੀ ਹੈ, ਤਾਂ ਐਪਲੀਕੇਸ਼ਨ ਪ੍ਰੋਗਰਾਮ 'ਚ ਚੇਂਜ ਕਰਨੀ ਚਾਹੀਦੀ। ਇਟ ਮੀਨਸ ਦੈਟ the change in physical representation of data, application programs are also affected and need modification. Difficulty in representing data from the user's view. User ਕੌਣ ਹੈ? ਜੋ ਉਸ ਡਾਟੇ ਨੂੰ ਯੂਜ਼ ਕਰ ਰਿਹਾ, ਐਂਡ ਯੂਜ਼ਰ। ਜਿਵੇਂ ਤੁਸੀਂ ਹੋ, ਮੰਨ ਲਓ ਤੁਸੀਂ ਰਿਜ਼ਲਟ ਦੇਖ ਰਹੇ ਹੋ ਆਪਦਾ ਆਨਲਾਈਨ, ਤੁਸੀਂ ਰੋਲ ਨੰਬਰ ਭਰਦੇ ਹੋ, ਰਿਜ਼ਲਟ ਆ ਜਾਂਦਾ, ਤੁਸੀਂ ਯੂਜ਼ਰ ਹੋ। ਤਾਂ ਕੀ ਹੁੰਦਾ ਹੈ ਕਿ ਯੂਜ਼ਰ ਡਾਟੇ ਨੂੰ ਹੋਰ ਤਰੀਕੇ ਨਾਲ ਦੇਖਦਾ। ਪ੍ਰੋਗਰਾਮਰ ਤਾਂ ਉਹਨੂੰ ਡੀਪਲੀ, ਉਹਨੂੰ ਅੰਦਰਲੀਆਂ ਗੱਲਾਂ ਦਾ ਪਤਾ ਹੁੰਦਾ ਕਿ ਡਾਟਾ ਸਟੋਰ ਕਿਵੇਂ ਹੋਇਆ ਹੈ, ਡਾਟੇ 'ਚ ਕਿਹੜੇ ਕਿਹੜੇ ਫੀਲਡ ਮੈਂ ਰੱਖੇ ਹੋਏ। ਜਿਹੜਾ ਯੂਜ਼ਰ ਦਾ ਵਿਊ ਹੁੰਦਾ ਉਹ ਸਿਰਫ ਉਹਨਾਂ ਕੀ ਹੁੰਦਾ ਜਿੰਨਾ ਕੁ ਉਸ ਨੂੰ ਚਾਹੀਦਾ ਹੁੰਦਾ, ਜੋ ਉਸਦੇ ਮਾਈਂਡ ਦੇ ਵਿੱਚ ਹੁੰਦਾ ਵੀ ਮੈਨੂੰ ਬਸ ਰੋਲ ਨੰਬਰ ਮਿਲ ਜਾਵੇ, ਨੇਮ ਮਿਲ ਜਾਵੇ, ਮੇਰੇ ਮਾਰਕਸ ਮਿਲ ਜਾਣ। ਪਰ ਜਿਹੜਾ ਪ੍ਰੋਗਰਾਮਰ ਹੈ ਉਹਦੇ ਕੋਲ ਸਾਰਾ ਡਾਟਾ ਹੁੰਦਾ, ਉਹਦਾ ਵਿਊ ਸਾਰੇ ਡਾਟੇ ਦਾ ਵਿਊ। ਯੂਜ਼ਰ ਦਾ ਵਿਊ ਇੱਕ ਲਿਮਟਡ ਵਿਊ। To create useful application for user, often data from various files must be combined. ਹੁਣ ਨੇਮ ਕਿਤੋਂ ਹੋਰ ਆ ਰਿਹਾ ਹੈ, ਐਡਰੈਸ ਕਿਤੋਂ ਹੋਰ ਅਸੀਂ ਕਾਪੀ ਕਰਨਾ ਹੋਵੇ ਜਾਂ ਲੈਣਾ ਹੋਵੇ। In file processing system, it was difficult to determine relationship between isolated data in order to meet user requirements. ਉੱਥੇ ਦੋ ਫਾਈਲਾਂ 'ਚੋਂ ਡਾਟਾ ਰਿਲੇਸ਼ਨਸ਼ਿਪ ਦੇ ਨਾਲ ਇਕੱਠਾ ਕਰਨਾ, ਬਣਾ ਕੇ ਤੇ ਉਹਨਾਂ ਨੂੰ ਫਿਰ ਯੂਜ਼ਰ ਨੂੰ ਦਿਖਾਉਣਾ, ਉਹ ਬਹੁਤ ਮੁਸ਼ਕਲ ਹੈ, ਬਹੁਤ ਮੁਸ਼ਕਲ ਇਨ ਦਾ ਸੈਂਸ ਮੈਂ ਦੱਸਿਆ ਆਲਰੇਡੀ, ਆਪਾਂ ਡਿਸਕਸ ਕੀਤਾ ਕਿ ਪ੍ਰੋਗਰਾਮਰ ਨੂੰ ਉਹਦੇ ਲਈ ਕੋਡਿੰਗ ਕਰਨੀ ਪਏਗੀ, ਅਦਰਵਾਈਜ਼ ਪੋਸੀਬਲ। ਡਾਟਾ ਇਨਫਲੈਕਸੀਬਿਲਿਟੀ, ਡਾਟਾ ਫਲੈਕਸੀਬਲ ਨਹੀਂ ਹੈ। ਪ੍ਰੋਗਰਾਮ ਡਾਟਾ ਇੰਟਰਡਿਪੈਂਡੈਂਸੀ ਐਂਡ ਡਾਟਾ ਆਈਸੋਲੇਸ਼ਨ, ਦੋ ਗੱਲਾਂ ਹੋ ਜਾਂਦੀਆਂ। ਪ੍ਰੋਗਰਾਮ ਡਾਟਾ ਇੰਟਰਡਿਪੈਂਡੈਂਸੀ ਐਂਡ ਡਾਟਾ ਆਈਸੋਲੇਸ਼ਨ। ਪ੍ਰੋਗਰਾਮ ਡਾਟਾ ਇੰਟਰਡਿਪੈਂਡੈਂਸੀ ਤੇ ਡਾਟਾ ਆਈਸੋਲੇਸ਼ਨ। ਆਈਸੋਲੇਸ਼ਨ ਮਤਲਬ ਡਾਟਾ ਅਲੱਗ-ਅਲੱਗ ਪਿਆ ਤੇ ਪ੍ਰੋਗਰਾਮ ਹੈ ਜਿਹੜਾ ਉਹ ਡਾਟੇ ਤੇ ਡਿਪੈਂਡ ਕਰਦਾ। Limited the flexibility of file processing system in providing users with ad hoc information requests. तो ਪ੍ਰੋਗਰਾਮ ਦੀ ਜਿਹੜੀ ਡਾਟਾ ਤੇ ਡਿਪੈਂਡੈਂਸੀ ਹੈ ਇਹ ਲਿਮਿਟ ਕਰ ਦਿੰਦੀ ਹੈ ਫਲੈਕਸੀਬਿਲਿਟੀ ਦੇ ਵਿੱਚ, ਕਿ ਤੁਸੀਂ ਚੇਂਜਸ ਨਹੀਂ ਕਰ ਸਕਦੇ ਫ੍ਰੀਕੁਐਂਟਲੀ। ਜੇ ਇੱਕ ਚੀਜ਼ ਚੇਂਜ ਕਰੋਗੇ ਤੁਹਾਡਾ ਦੂਜੇ ਤੇ ਇਫੈਕਟ ਪਏਗਾ, ਉਹ ਵੀ ਚੇਂਜ ਕਰਨੀ ਪਏ। ਦੂਜੇ ਤੇ ਚੇਂਜ ਕਰੋਗੇ ਤੀਜੇ ਤੇ ਇਫੈਕਟ ਹੋਇਆ, ਉਹ ਚੇਂਜ ਕਰਨੀ ਪਏ। ਸੋ ਇਟ ਕ੍ਰੀਏਟਸ ਲੋਟ ਆਫ ਪ੍ਰੋਬਲਮਸ। ਐਡ ਹੌਕ ਇਨਫੋਰਮੇਸ਼ਨ ਰਿਕੁਐਸਟ ਮਤਲਬ ਅੱਜ ਮੇਰੇ ਦਿਮਾਗ 'ਚ ਮੈਂ ਆਹ ਦੇਖਣਾ, ਉਹ ਦੇਖ ਲਿਆ, ਕੱਲ੍ਹ ਨੂੰ ਮੇਰੇ ਦਿਮਾਗ 'ਚ ਕੁਛ ਹੋਰ ਆ ਗਿਆ, ਮੈਂ ਉਹ ਦੇਖਣਾ, ਉਹ ਦੇਖ ਲਿਆ। ਐਡ ਹੌਕ ਕਹਿੰਦੇ ਅਸੀਂ ਕਿ ਟੈਂਪਰੇਰੀ ਟਾਈਪ ਦੀਆਂ ਰਿਕੁਐਸਟ ਜਿਹੜੀਆਂ ਆਪਣੇ ਮਾਈਂਡ 'ਚ ਆਉਂਦੀਆਂ ਨੇ ਯੂਜ਼ਰਸ ਦੇ, ਉਹਨਾਂ ਦੇ ਆਨਸਰ ਨਹੀਂ ਦੇ ਸਕਦਾ ਇੱਦਾਂ ਦਾ ਇਨਫਲੈਕਸੀਬਲ ਸਿਸਟਮ। ਇਨਕੰਪੈਟੀਬਲ ਫਾਈਲ ਫਾਰਮੈਟਸ। The structure of a file generated by one programming language may be different from that generated by other programming language. ਮੰਨ ਲਓ ਤੁਸੀਂ C ਲੈਂਗੁਏਜ ਦੇ ਵਿੱਚ ਫਾਈਲ ਬਣਾਈ, ਜਿਹੜੀ ਤੁਸੀਂ C ਲੈਂਗੁਏਜ 'ਚ ਟ੍ਰੈਡੀਸ਼ਨਲ ਫਾਈਲ ਪ੍ਰੋਸੈਸਿੰਗ ਸਿਸਟਮ ਵਾਲਾ ਸਿਸਟਮ ਲੈ ਕੇ ਫਾਈਲ ਬਣਾਓਗੇ, ਫਾਈਲੈਟ ਫਾਈਲ ਤਿਆਰ ਕਰੋਗੇ, ਉਹਦਾ ਫਾਰਮੈਟ ਹੋ ਸਕਦਾ ਜਾਵਾ ਦਾ ਪ੍ਰੋਗਰਾਮ ਰੀਡ ਨਾ ਕਰ ਸਕੇ, ਜਾਵਾ ਵਾਲੀ ਫਾਈਲ ਨੂੰ ਹੋ ਸਕਦਾ ਹੈ C++ ਰੀਡ ਨਾ ਕਰ ਸਕੇ। ਸੋ ਇਸ ਤਰ੍ਹਾਂ ਜਿਹੜੀ ਹੈ ਇਨਕੰਪੈਟੀਬਿਲਿਟੀ ਕ੍ਰੀਏਟ ਹੁੰਦੀ ਹੈ। ਹਰੇਕ ਲੈਂਗੁਏਜ ਦੇ ਲਈ ਉਸੇ ਤਰ੍ਹਾਂ ਦੀ ਸਪੈਸੀਫਿਕ ਫਾਈਲ ਬਣਾਉਣੀ ਪਏਗੀ। ਜੇ ਡਾਟਾ ਅਸੀਂ ਬਦਲਣਾ ਚਾਹੁੰਦੇ ਹਾਂ ਜਾਂ ਅਪਗ੍ਰੇਡ ਕਰਨਾ ਚਾਹੁੰਦੇ ਹਾਂ ਸਿਸਟਮ ਨੂੰ, ਉਹ ਡਿਫੀਕਲਟ ਹੋ ਜਾਂਦਾ। ਡਾਟਾ ਸਿਕਿਉਰਿਟੀ ਦੀ ਪ੍ਰੋਬਲਮ ਹੈ। ਡਾਟਾ ਫਲੈਟ ਫਾਈਲ 'ਚ ਪਿਆ, ਕੋਈ ਵੀ ਕਾਪੀ ਕਰ ਸਕਦਾ ਹੈ। The security of data is low in file-based system because data is maintained in flat file, is easily accessible. पेन ड्राइव ले जाएगा, कॉपी करके ले आएगा, ठीक है। कोई भी लीक कर सकता है डाटा, डिपार्टमेंट का बंदा भी लीक कर सकता है। कोई सिक्योरिटी ही नहीं है, कोई पासवर्ड सिस्टम नहीं है, कोई लॉगिन का तरीका नहीं रखा है ही नहीं सी उस वेले, है ही नहीं। ट्रैडिशनल ट्रांजैक्शनल प्रॉब्लम्स आउंदियां ने,
ਟ੍ਰਾਂਜੈਕਸ਼ਨ ਦਾ ਮਤਲਬ ਹੁੰਦਾ ਕਿ ਅਸੀਂ ਡਾਟੇ ਨੂੰ ਮੋਡੀਫਾਈ ਕਰਾਂਗੇ। ਜਿਵੇਂ ਆਪਾਂ ਬੈਂਕ ਦੇ ਵਿੱਚ, ਚਲੋ ਬੈਂਕ ਦੀ ਐਗਜ਼ਾਮਪਲ ਲੈਂਦੇ ਹਾਂ, ਬੈਂਕ ਦੇ ਵਿੱਚ ਅਸੀਂ ਟ੍ਰਾਂਸਫਰ ਕਰਦੇ ਹਾਂ, ਅਸੀਂ ਰੋਜ਼ ਕਰਦੇ ਹਾਂ, ਗੂਗਲ ਪੇ ਨਾਲ ਕਰਦੇ ਹਾਂ, ਪੇਟੀਐਮ ਨਾਲ ਭੇਜਦੇ ਹਾਂ। ਇਹ ਕੀ ਹੁੰਦੇ ਨੇ? ਮੰਨ ਲਓ ਗੂਗਲ ਪੇ ਦੇ ਵਿੱਚ ਤੁਹਾਨੂੰ ਤੁਸੀਂ ਆਪਣੇ ਫਰੈਂਡ ਨੂੰ 1000 ਰੁਪਇਆ ਭੇਜਣਾ, ਤਾਂ ਉੱਥੇ ਟ੍ਰਾਂਜੈਕਸ਼ਨ ਕੀ ਹੋਏਗੀ? ਤੁਹਾਡੇ ਅਕਾਊਂਟ ਦੇ ਵਿੱਚੋਂ 1000 ਰੁਪਇਆ ਮਾਈਨਸ ਹੋਏਗਾ, ਤੇ ਜਿਸ ਨੂੰ ਤੁਸੀਂ ਭੇਜਿਆ ਉਹਦੇ ਅਕਾਊਂਟ 'ਚ 1000 ਰੁਪਇਆ ਪਲੱਸ। ਇਹ ਦੋਨੋਂ ਚੀਜ਼ਾਂ ਇਕੱਠੀਆਂ ਹੋਣੀਆਂ ਚਾਹੀਦੀਆਂ। ਜੇ ਇਹਨਾਂ 'ਚ ਇੱਕ ਰਹਿ ਗਈ ਤਾਂ ਪ੍ਰੋਬਲਮ ਕ੍ਰੀਏਟ। ਇਹਨਾਂ ਦੋਹਾਂ ਦੇ ਕੰਬੀਨੇਸ਼ਨ ਨੂੰ ਅਸੀਂ ਟ੍ਰਾਂਜੈਕਸ਼ਨ ਕਰਦੇ, ਵੀ ਦੋਨੋਂ ਕੰਬਾਈਨਡ ਹੋਣੀਆਂ ਚਾਹੀਦੀਆਂ, ਉਹਨੂੰ ਐਟੋਮਿਸਿਟੀ ਕਹਿੰਦੇ। File based system approach does not satisfy transaction properties. File based system approach does not satisfy transaction properties like atomicity, consistency, isolation, and durability. ਇਹਨਾਂ ਨੂੰ ਐਸਿਡ ਕਿਹਾ ਜਾਂਦਾ, popularly known as acid properties. Acid ਮਤਲਬ A for atomicity, C for consistency, I for isolation, D for durability. ਇਹਨਾਂ ਦੀ ਡਿਟੇਲ ਆਪਾਂ ਅਲੱਗ ਲੈਕਚਰ ਦੇ ਵਿੱਚ ਦੇਖਾਂਗੇ। ਇਹਨਾਂ ਦੇ ਨਾਮ ਇਹ ਨੇ। ਕੋਈ ਵੀ ਟ੍ਰਾਂਜੈਕਸ਼ਨ ਹੈ ਉਹ ਇਹਨਾਂ ਚਾਰਾਂ ਪ੍ਰੋਪਰਟੀਜ਼ ਨੂੰ ਸੈਟੀਸਫਾਈ ਕਰਦੀ ਹੋਵੇ ਤਾਂ ਉਹ ਸਹੀ ਟ੍ਰਾਂਜੈਕਸ਼ਨ ਮੰਨੀ ਜਾਏਗੀ, ਅਦਰਵਾਈਜ਼ ਡਾਟੇ 'ਚ ਪ੍ਰੋਬਲਮ ਕ੍ਰੀਏਟ ਹੋ ਸਕਦੀ। ਸੋ ਟ੍ਰਾਂਜੈਕਸ਼ਨ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਨੇ ਜੇ ਅਸੀਂ ਫਲੈਟ ਫਾਈਲ ਯੂਜ਼ ਕਰਦੇ ਹਾਂ, ਕਿਉਂਕਿ ਉਹਦੇ ਵਿੱਚ ਐਟੋਮਿਸਿਟੀ, ਕੰਸਿਸਟੈਂਸੀ, ਆਈਸੋਲੇਸ਼ਨ ਤੇ ਡਿਊਰੇਬਿਲਿਟੀ ਨਹੀਂ। ਇਹਨਾਂ ਦੀ ਡਿਟੇਲ ਆਪਾਂ ਅਲੱਗ ਲੈਕਚਰ 'ਚ ਕਰ ਲਾਂਗੇ। ਪੂਅਰ ਡਾਟਾ ਮਾਡਲਿੰਗ ਆਫ ਰੀਅਲ ਵਰਲਡ। ਰੀਅਲ ਵਰਲਡ ਦੇ ਵਿੱਚ ਅਸੀਂ ਜੋ ਦੇਖਦੇ ਹਾਂ ਜਾਂ ਸਮਝਦੇ ਹਾਂ, ਉਸ ਨੂੰ ਅਸੀਂ ਫਲੈਟ ਫਾਈਲ ਦੇ ਵਿੱਚ ਕਨਵਰਟ ਕਰਨ ਵੇਲੇ ਸਾਨੂੰ ਉਦੋਂ ਔਖਾ ਹੋ ਜਾਂਦਾ, ਕਿਉਂਕਿ ਰੀਅਲ ਵਰਲਡ ਦੇ ਵਿੱਚ ਅਸੀਂ ਉਸ ਨੂੰ ਜੋ ਇਮੈਜਿਨ ਕਰਦੇ ਹਾਂ, ਜੋ ਰੀਅਲ ਵਰਲਡ ਦੇ ਵਿੱਚ ਅਸੀਂ ਆਪਣੇ ਸਾਹਮਣੇ ਲਾਈਵ ਦੇਖ ਰਹੇ ਹਾਂ, ਉਸ ਦੇ ਡਾਟੇ ਨੂੰ ਫਾਈਲ ਬੇਸਡ ਸਿਸਟਮ ਦੇ ਵਿੱਚ ਕਨਵਰਟ ਕਰਨਾ ਕੰਪਲੈਕਸ ਹੋ ਜਾਂਦਾ। ਕਾਰਨ ਕੀ ਹੈ ਕਿ ਉੱਥੇ ਕੋਈ ਦੋ ਫਾਈਲਾਂ ਦਾ ਆਪਸ 'ਚ ਰਿਲੇਸ਼ਨਸ਼ਿਪ ਨਹੀਂ ਬਣਦਾ, ਉਹ ਇੰਡੀਪੈਂਡੈਂਟ ਰਹਿੰਦੀਆਂ ਨੇ, ਡਾਟਾ ਡੁਪਲੀਕੇਟ ਹੋ ਜਾਂਦਾ ਦੋ ਜਗ੍ਹਾ ਤੇ, ਜੋ ਕਿ ਨਹੀਂ ਹੋਣਾ ਚਾਹੀਦਾ। The file-based system is not able to represent complex data and relationships. ਹੁਣ ਫੈਕਟਰੀਆਂ ਦੇ ਵਿੱਚ ਜਾਓ ਜਾਂ ਕੰਪਨੀਆਂ ਲਾ ਲਓ ਜਾਂ ਬੈਂਕਾਂ ਲਾ ਲਓ, ਤੇ ਲੋਟਸ ਆਫ ਡਾਟਾ ਹੁੰਦਾ ਤੇ ਬੜੇ ਤਰ੍ਹਾਂ ਦਾ ਵੈਰਾਈਟੀ ਦਾ ਡਾਟਾ, ਉਹਨੂੰ ਅਸੀਂ ਫਾਈਲਾਂ ਦੇ ਵਿੱਚ ਰੱਖਾਂਗੇ ਤਾਂ ਉਹ ਸਮਝ ਨਹੀਂ ਲੱਗਣਾ, ਬਹੁਤ ਮੁਸ਼ਕਲ ਹੋ ਜਾਂਦਾ। ਕਨਕਰੈਂਸੀ ਪ੍ਰੋਬਲਮਸ। ਕਨਕਰੈਂਸੀ ਹੁੰਦੀ ਹੈ ਇੱਕੋ ਟਾਈਮ ਦੇ ਉੱਤੇ ਇੱਕ ਤੋਂ ਜ਼ਿਆਦਾ, ਜਦੋਂ ਯੂਜ਼ਰ ਉਹਨੂੰ ਫਾਈਲ ਨੂੰ ਕਿਸੇ ਨੂੰ ਐਕਸੈਸ ਕਰ ਰਹੇ, ਡਾਟਾ ਆਈਟਮ ਨੂੰ ਐਕਸੈਸ ਕਰ, when two or more update a file simultaneously, two or more users, a user ਜਾਣਾ, two or more users update a file simultaneously, it may result in a problem. ਕਿਉਂਕਿ ਦੋ ਤੋਂ ਜ਼ਿਆਦਾ ਯੂਜ਼ਰ ਅਗਰ ਇੱਕੋ ਫਾਈਲ ਨੂੰ ਅਪਡੇਟ ਕਰ ਰਹੇ ਨੇ, ਚੇਂਜਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਤਾਂ ਉਹਦੇ 'ਚ ਇੱਕ ਯੂਜ਼ਰ ਦੀ ਚੇਂਜ ਹੋ ਸਕਦਾ ਸੇਵ ਹੋ ਜਾਵੇ, ਦੂਜੇ ਦੀ ਨਾ ਹੋ। ਮੰਨ ਲਓ ਦੋ ਦੀ ਸੇਵ ਨਹੀਂ ਹੋਈ, ਤੀਜੇ ਦੀ ਹੋ ਗਈ, ਪਹਿਲੇ ਨੇ ਜੋ ਸੇਵ ਕਰਿਆ ਸੀ ਉਹ ਲੌਸ ਹੀ ਹੋ ਗਿਆ। ਲੌਸਟ ਅਪਡੇਟ ਪ੍ਰੋਬਲਮ ਇੱਕ ਪਪੂਲਰ ਪ੍ਰੋਬਲਮ ਹੈ, ਮੈਂ ਨੀਚੇ ਐਗਜ਼ਾਮਪਲ ਵੀ ਦੱਸੀ ਇਸ ਦੀ ਕਨਕਰੈਂਸੀ ਦੀ। ਹਾਂ, ਮੰਨ ਲਓ ਟ੍ਰਾਂਜੈਕਸ਼ਨਸ ਨੇ T1 ਆ ਤੇ T2। T1 ਇੱਕ ਯੂਜ਼ਰ ਹੈ, ਮੰਨ ਲਓ ਉਹ T1 ਨੂੰ ਐਗਜ਼ੀਕਿਊਟ ਕਰ ਰਿਹਾ ਹੈ, ਇੱਕ ਦੂਜਾ ਯੂਜ਼ਰ ਹੈ ਉਹ T2 ਨੂੰ ਐਗਜ਼ੀਕਿਊਟ ਕਰ ਰਿਹਾ। T1 ਨੇ ਕੀ ਕੀਤਾ, 1000 ਵਿਦਡਰਾ ਫਰੋਮ ਅਕਾਊਂਟ A, ਉਹਨੇ ਆਪਣੀ ਟ੍ਰਾਂਜੈਕਸ਼ਨ ਇਸ਼ੂ ਕੀਤੀ, ਮੰਨ ਲਓ ਗੂਗਲ ਪੇ ਤੋਂ ਕਰ ਲਈ, ਵੀ 1000 ਰੁਪਇਆ ਅਕਾਊਂਟ ਚੋਂ A ਦੇ ਅਕਾਊਂਟ ਤੋਂ ਵਿਦਡਰਾ ਕਰਨਾ, A ਅਕਾਊਂਟ ਨੰਬਰ। ਉਸ ਤੋਂ ਬਾਅਦ T2 ਉਹਨੇ ਕਿਹਾ ਡਿਸਪਲੇ ਸਮ ਆਫ ਅਕਾਊਂਟ A ਐਂਡ B, A ਅਤੇ B ਦੋਨਾਂ ਦਾ ਅਕਾਊਂਟ। ਜਦੋਂ ਆਹ ਐਗਜ਼ੀਕਿਊਟ ਹੋਈ ਸੀ ਤਾਂ ਇਹ ਆਨਸਰ ਆਇਆ ਸੀ, A ਇਜ਼ ਅਪਡੇਟਡ ਟੂ 4000। ਮੰਨ ਲਓ ਉਹਦੇ 'ਚ ਪਹਿਲਾਂ 5000 ਸੀ, ਜਦੋਂ ਵਿਦਡਰਾ ਕਰ ਲਿਆ ਤਾਂ A ਦੇ ਵਿੱਚ 4000 ਰਹਿ ਗਿਆ, ਕਿਉਂਕਿ 1000 ਮਾਈਨਸ ਹੋ ਗਿਆ। T2 ਉਹਦਾ ਸਮ ਦੇਖਣਾ ਚਾਹੁੰਦਾ ਹੈ A ਅਤੇ B ਦਾ ਅਕਾਊਂਟ, ਤਾਂ ਰਿਜ਼ਲਟ ਕੀ ਆਇਆ, 4000 A, 8000 ਮੰਨ ਲਓ B ਦੇ ਵਿੱਚ ਹੈ, ਤਾਂ 12000 ਦਿੱਤੇ, 12000 ਦਿੱਤੇ। ਮਤਲਬ ਕਿ ਇੱਥੇ ਸਾਨੂੰ 1000 ਰੁਪਇਆ ਘੱਟ ਦਿਖ ਰਿਹਾ, ਕਿਉਂਕਿ 1000 ਰੁਪਇਆ ਮਾਈਨਸ ਹੋ ਚੁੱਕਿਆ।
ਉਸ ਤੋਂ ਬਾਅਦ T1 ਨੇ ਕਢਾ ਕੇ ਨਾਲ ਦੀ ਨਾਲ 1000 ਰੁਪਇਆ ਜਮ੍ਹਾਂ ਕਰਾਤਾ B ਦੇ ਵਿੱਚ, B ਅਕਾਊਂਟ ਦੇ ਵਿੱਚ, ਤਾਂ B ਕਿੰਨਾ ਬਣ ਗਿਆ 9000। ਲੇਕਿਨ ਇਹਨੇ 8 ਅਤੇ 4 ਨੂੰ ਜੋੜਿਆ, ਕਿਉਂਕਿ ਇਹਦੇ ਅਪਡੇਟ ਹੋਣ ਤੋਂ ਪਹਿਲਾਂ ਉਹਨੇ ਆਪਣਾ ਸਮ ਚੈੱਕ ਕਰ ਲਿਆ ਸੀ। ਜਾਂ ਤਾਂ ਇਹ ਦੋਨੋਂ ਚੀਜ਼ਾਂ ਕੰਪਲੀਟ ਹੋਣ ਤੋਂ ਬਾਅਦ ਇਹ ਸਮ ਚੈੱਕ ਕਰਦਾ, ਫਿਰ ਤਾਂ ਇਹਨੂੰ 13000 ਮਿਲਦਾ ਦਿਖਾਈ ਵੀ। ਪਰ ਇਹ ਪਹਿਲਾਂ 1000 ਇਹਨੇ ਵਿਦਡਰਾ ਕੀਤਾ, ਇਹਨੇ ਉਹਦਾ ਜੋੜ ਦੇਖ ਲਿਆ, ਉਸ ਤੋਂ ਬਾਅਦ ਇਹਨੇ 20000 ਪਾਤਾ। ਪਾਣਾ ਤਾਂ 13000 ਚਾਹੀਦਾ ਸੀ, ਪਰ ਦਿਖ ਰਿਹਾ 12000, ਕਿਉਂਕਿ ਉਹਨੇ 20 ਪਾਉਣ ਤੋਂ ਪਹਿਲਾਂ ਜੋੜ ਦੇਖ ਲਿਆ। ਇਹ ਪ੍ਰੋਬਲਮਸ ਉਦੋਂ ਕ੍ਰੀਏਟ ਹੁੰਦੀਆਂ ਨੇ ਜਦੋਂ ਇੱਕ ਤੋਂ ਜ਼ਿਆਦਾ ਯੂਜ਼ਰ ਕਿਸੇ ਡਾਟੇ ਨੂੰ ਐਕਸੈਸ ਕਰਦੇ, ਅਪਡੇਟ ਕਰਨ ਦੀ ਕੋਸ਼ਿਸ਼ ਕਰਦੇ ਉਸ ਨੂੰ। ਇਹਨਾਂ ਨੂੰ ਕਨਕਰੈਂਸੀ ਪ੍ਰੋਬਲਮਸ ਕਹਿੰਦੇ। ਕਨਕਰੈਂਸੀ ਮਤਲਬ ਇੱਕੋ ਟਾਈਮ ਤੇ ਇੱਕ ਤੋਂ ਜ਼ਿਆਦਾ ਟ੍ਰਾਂਜੈਕਸ਼ਨਸ ਦਾ ਐਗਜ਼ੀਕਿਊਟ ਹੋਣਾ। ਇਹ 10 ਨੰਬਰ ਪੁਆਇੰਟ। ਡਾਟਾਬੇਸ ਦੀ ਡੈਫੀਨੇਸ਼ਨ। ਹੁਣ ਅਸੀਂ ਡਾਟਾਬੇਸ ਵੱਲ ਆ ਰਹੇ ਹਾਂ। ਟ੍ਰੈਡੀਸ਼ਨਲ ਫਾਈਲ ਪ੍ਰੋਸੈਸਿੰਗ ਸਿਸਟਮ ਅਸੀਂ ਸਮਝ ਲਿਆ, ਉਹਦੀਆਂ ਕਰੈਕਟਰਿਸਟਿਕਸ ਦੇਖ ਲਈਆਂ, ਉਹਦੀਆਂ ਲਿਮਿਟੇਸ਼ਨਸ ਦੇਖ ਲਈਆਂ। ਤੁਸੀਂ ਕਹਿੰਦੇ ਡਾਟਾਬੇਸ ਕੀ ਚੀਜ਼ ਹੈ? A database is a collection of information that is organized so that it can easily be accessed, managed, and updated. Database ਇੱਕ ਇਨਫੋਰਮੇਸ਼ਨ ਦੀ ਕਲੈਕਸ਼ਨ ਜਿਸ ਨੂੰ ਇਸ ਤਰ੍ਹਾਂ ਨਾਲ ਆਰਗੇਨਾਈਜ਼ ਕੀਤਾ ਗਿਆ ਜਾਂਦਾ ਹੈ ਕਿ ਉਹਨੂੰ ਬੜੇ ਈਜ਼ੀਲੀ ਐਕਸੈਸ ਕੀਤਾ ਜਾ ਸਕੇ, ਮਤਲਬ ਰੀਡ ਕੀਤਾ ਜਾ ਸਕੇ, ਮੈਨੇਜ ਕੀਤਾ ਜਾ ਸਕੇ, ਮਤਲਬ ਆਰਗੇਨਾਈਜ਼ ਕੀਤਾ ਜਾ ਸਕੇ, ਐਂਡ ਅਪਡੇਟ ਕੀਤਾ ਜਾ ਸਕੇ, ਜਦੋਂ ਲੋਡ ਹੋਵੇ ਮੋਡੀਫਾਈ ਕੀਤੀ। A database is a set of data that has a regular structure। ਉਹਦਾ ਇੱਕ ਸਟਰਕਚਰ ਹੋਏਗਾ ਪ੍ਰੋਪਰ ਬਣਿਆ ਹੋਇਆ, ਜਿਹਦੇ ਚ ਫੀਲਡ ਦੇ ਨਾਮ ਹੋਣਗੇ, ਫੀਲਡ ਦੀ ਡਾਟਾ ਟਾਈਪ ਹੋਵੇ, and that is organized in such a way that a computer can easily find the desired information। ਤੇ ਉਹ ਇਸ ਤਰ੍ਹਾਂ ਨਾਲ ਉਹਨੂੰ ਆਰਗੇਨਾਈਜ਼ ਮੈਨੇਜ ਕੀਤਾ ਜਾਵੇ ਕਿ ਉਹਦੇ ਚੋਂ ਜਿੱਦਾਂ ਦੀ ਇਨਫੋਰਮੇਸ਼ਨ ਚਾਹੀਦੀ ਹੈ ਅਸੀਂ ਕੰਪਿਊਟਰ ਦੀ ਮਦਦ ਨਾਲ ਕੁਝ ਰੀਡ ਕਰ ਸਕਦੇ। ਡਿਜ਼ਾਇਰਡ ਇਨਫੋਰਮੇਸ਼ਨ ਮਤਲਬ ਜਿੱਦਾਂ ਦੀ ਲੋੜ ਹੈ ਉਸ ਤਰ੍ਹਾਂ ਦੀ। Data is a collection of distinct pieces of information। छोटे छोटे pieces ਦੀ collection, particularly information that has been formatted or organized in some specific way for use in analysis or making decisions। ਡਾਟਾ ਜਿਹੜਾ ਹੈ ਉਹ ਛੋਟੀ ਛੋਟੀ ਇਨਫੋਰਮੇਸ਼ਨ ਇਕੱਠੀ ਕਰਕੇ ਉਹਨੂੰ ਫਾਰਮੈਟ ਕੀਤਾ ਜਾਂਦਾ ਹੈ, ਆਰਗੇਨਾਈਜ਼ ਕੀਤਾ ਜਾਂਦਾ ਹੈ, ਸੈੱਟ ਕੀਤਾ ਜਾਂਦਾ। ਤਰੀਕੇ ਨਾਲ ਸੈੱਟ ਕਰਨਾ ਮਤਲਬ ਆਰਗੇਨਾਈਜ਼ ਕਰਨਾ। ਇੱਕ ਸਹੀ ਤਰੀਕੇ ਨਾਲ ਉਹਨੂੰ ਆਰਗੇਨਾਈਜ਼ ਕੀਤਾ ਜਾਂਦਾ ਇਨ ਸਮ ਸਪੈਸੀਫਿਕ ਵੇ, ਇੱਕ ਖਾਸ ਤਰੀਕੇ ਨਾਲ ਆਰਗੇਨਾਈਜ਼ ਕੀਤਾ ਜਾਂਦਾ ਤਾਂ ਜੋ ਉਸਨੂੰ ਐਨਾਲਾਈਜ਼ ਕੀਤਾ ਜਾ ਸਕੇ ਤੇ ਉਹਦੇ ਬੇਸ ਤੇ ਡਿਸੀਜਨ ਲਿਆ ਜਾ ਸਕੇ। ਮੈਨੇਜਰ ਨੇ ਡਾਟਾ ਦੇਖ ਕੇ ਡਿਸੀਜਨ ਲੈਂਦੇ। ਐਨਾਲਾਈਜ਼ ਕਰਨਾ ਮਤਲਬ ਉਸਨੂੰ ਉਹਦੀ ਪੜਤਾਲ ਕਰਨੀ, ਪੜਤਾਲ ਕਰਕੇ ਉਹਦੇ ਤੇ ਫਿਰ ਅੱਗੇ ਡਿਸੀਜਨ ਲੈਣੇ, ਫੈਸਲੇ ਲੈਣੇ। ਇਹ ਹੈ ਡਾਟਾ। ਡਾਟਾਬੇਸ ਦੀ ਕੰਪੋਜੀਸ਼ਨ ਕੀ ਹੈ? ਡਾਟਾਬੇਸ ਦੇ ਅੰਦਰ ਕੀ ਹੁੰਦਾ? ਡਾਟਾਬੇਸ ਦਾ ਸਭ ਤੋਂ ਛੋਟਾ ਪਾਰਟ ਅਸੀਂ ਕਹਿ ਸਕਦੇ ਹਾਂ ਡਾਟਾ ਫੀਲਡ ਹੈ, ਜਿਵੇਂ ਨੇਮ, ਐਡਰੈਸ, ਡੇਟ ਆਫ ਬਰਥ, ਮਾਰਕਸ, ਫੀਸ, ਇਹ ਕੀ ਨੇ? ਫੀਲਡ। A data field holds a single fact or attribute of an entity। single entity ਉਹਨੂੰ data field ਕਹੋ। single entity, single thing, ਇੱਕ ਚੀਜ਼। for example employee ਦਾ name, address, birth date, ਇਹ ਕੀ ਨੇ? field। ਇਹਨਾਂ ਨੂੰ ਕਹਾਂਗੇ data field। fields ਤੋਂ ਰਿਕਾਰਡ ਬਣ ਜਾਂਦੇ ਨੇ। ਇੱਕ ਰਿਕਾਰਡ 'ਚ ਇੱਕ ਤੋਂ ਜ਼ਿਆਦਾ ਫੀਲਡ ਹੁੰਦੇ ਨੇ, ਇੱਕ ਤੋਂ ਜ਼ਿਆਦਾ ਡਾਟਾ ਫੀਲਡ। ਇਹ ਰਿਕਾਰਡ ਇਜ਼ ਏ ਕਲੈਕਸ਼ਨ ਆਫ ਰਿਲੇਟਡ ਫੀਲਡਸ। ਜਿਵੇਂ ਇੰਪਲਾਈ ਹੈ, ਇੰਪਲਾਈ ਦੇ ਜਿੰਨੇ ਵੀ ਫੀਲਡ ਹੋਣਗੇ ਉਹਨਾਂ ਦਾ ਇਕੱਠਾ ਕੰਬੀਨੇਸ਼ਨ ਅਗਰ ਦੇਖੀਏ ਤਾਂ ਉਹ ਇੱਕ ਰਿਕਾਰਡ। ਐਨ ਇੰਪਲਾਈ ਰਿਕਾਰਡ ਮੇ ਕੰਟੇਨ ਇੰਪਲਾਈ ਨੇਮ ਫੀਲਡ, ਐਡਰੈਸ ਫੀਲਡਸ, ਬਰਥ ਡੇਟ ਫੀਲਡਸ ਐਟਸੈਟਰਾ। ਸਟੂਡੈਂਟ ਹੋ ਤੁਸੀਂ, ਤੁਹਾਡਾ ਜੋ ਡਾਟਾ ਹੋਏਗਾ ਉਹ ਡਾਟਾ ਫੀਲਡ ਹੋਣਗੇ, ਸਟੂਡੈਂਟ ਨੇਮ, ਸਟੂਡੈਂਟ ਐਡਰੈਸ,
ਪਿੰਨ ਕੋਡ, ਫੋਨ ਨੰਬਰ, ਫੀਸ, ਇਹਨਾਂ ਸਾਰਿਆਂ ਨੂੰ ਇਕੱਠਾ ਕਰ ਲਈਏ ਇੱਕ ਰੋ ਦੇ ਵਿੱਚ ਤਾਂ ਇੱਕ ਰਿਕਾਰਡ ਬਣ ਗਿਆ। ਫਾਈਲ 'ਚ ਇੱਕ ਤੋਂ ਜ਼ਿਆਦਾ ਰਿਕਾਰਡ ਹੁੰਦੇ। A file is a collection of related records, ਇੱਕ ਦੂਜੇ ਨਾਲ ਕਨੈਕਟਡ ਨੇ ਜਿਹੜੇ ਰਿਲੇਟਡ, ਮਤਲਬ ਸਾਰੇ ਇੰਪਲਾਈਜ਼, ਇਹ ਨਹੀਂ ਹੈ ਕਿ ਇੰਪਲਾਈ ਅਤੇ ਸਟੂਡੈਂਟ ਦੇ ਰਿਕਾਰਡ ਇੱਕੋ ਫਾਈਲ 'ਚ ਆ ਜਾਣਗੇ, ਇੰਪਲਾਈ ਦੇ ਰਿਕਾਰਡ ਹੀ ਰਹਿਣਗੇ ਇੱਕ ਫਾਈਲ, ਦੂਜੀ ਫਾਈਲ ਦੇ ਵਿੱਚ ਸਟੂਡੈਂਟ ਦੇ, ਇੱਦਾਂ ਹੋ ਸਕਦਾ। ਮਤਲਬ ਫੀਲਡ ਸੇਮ ਹੋਣੇ ਚਾਹੀਦੇ ਨੇ, ਉਹ ਰਿਲੇਟਡ ਰਿਕਾਰਡ ਮੰਨੇ ਜਾਂਦੇ। ਇਹਨਾਂ ਰਿਕਾਰਡਸ ਦੇ ਫੀਲਡ ਸੇਮ ਹੋਣ, ਡਾਟਾ ਫੀਲਡ ਸੇਮ ਹੋਣ, ਉਹਨਾਂ ਰਿਕਾਰਡ ਨੂੰ ਰਿਲੇਟਡ ਰਿਕਾਰਡ ਕਿਹਾ ਜਾਂਦਾ, ਤੇ ਉਹ ਇੱਕ ਫਾਈਲ 'ਚ ਆ ਜਾਂਦੇ ਨੇ। If there are 100 employees, then each employee would have a record, and the collection of 100 such records would constitute a file. ਕਿ 100 ਰਿਕਾਰਡ ਜੇ ਅਸੀਂ ਇਕੱਠੇ ਕਰ ਲਈਏ ਤਾਂ ਇੱਕ ਫਾਈਲ ਬਣ ਗਈ। ਫੋਰ ਐਗਜ਼ਾਮਪਲ 100 ਹੈ, 1000 ਵੀ ਹੋ ਸਕਦਾ, ਲੈਕਸ ਹੋ ਸਕਦਾ। ਸੋ ਇਸ ਤਰ੍ਹਾਂ ਇਹ ਜਿਹੜੇ ਰਿਕਾਰਡ ਨੇ ਉਹ ਰਿਲੇਟਡ ਹੁੰਦੇ। Database is a collection of files. Files are integrated into database. This is done using database management system. ਇੱਕ ਸੌਫਟਵੇਅਰ ਜਿਹੜਾ ਡਾਟੇ ਨੂੰ ਮੈਨੇਜ ਕਰਕੇ ਉਸ ਨੂੰ ਡਾਟਾਬੇਸ ਮੈਨੇਜਮੈਂਟ ਸਿਸਟਮ ਜਾਂ DBMS ਕਹਿੰਦੇ ਆ। A database can contain multiple files of data. ਸੇਮ ਡਾਟਾਬੇਸ ਦੇ ਵਿੱਚ ਸਟੂਡੈਂਟਸ ਦਾ ਰਿਕਾਰਡ ਵਾਲੀ ਫਾਈਲ, ਇੰਪਲਾਈਜ਼ ਦੇ ਰਿਕਾਰਡ ਵਾਲੀ ਫਾਈਲ, ਲਾਇਬ੍ਰੇਰੀ ਦੀਆਂ ਫਾਈਲਾਂ ਹੋ ਸਕਦੀਆਂ। ਸੋ ਇਹ ਛੋਟੇ ਤੋਂ ਵੱਡੇ ਵੱਲ ਨੂੰ ਮੈਂ ਇੱਦਾਂ ਇਹ ਡਿਸਕ੍ਰਾਈਬ ਕੀਤਾ। ਸਭ ਤੋਂ ਛੋਟਾ ਹੈ ਡਾਟਾ ਫੀਲਡ, ਇੱਕ ਤੋਂ ਜ਼ਿਆਦਾ ਡਾਟਾ ਫੀਲਡ ਇਕੱਠੇ ਹੁੰਦੇ ਆ ਤਾਂ ਰਿਕਾਰਡ ਬਣ ਜਾਂਦਾ, ਇੱਕ ਤੋਂ ਜ਼ਿਆਦਾ ਰਿਕਾਰਡ ਇਕੱਠੇ ਹੁੰਦੇ ਆ ਤਾਂ ਫਾਈਲ ਬਣ ਜਾਂਦੀ ਹੈ, ਇੱਕ ਤੋਂ ਜ਼ਿਆਦਾ ਫਾਈਲਾਂ ਇਕੱਠੀਆਂ ਹੁੰਦੀਆਂ ਨੇ ਤਾਂ ਡਾਟਾਬੇਸ ਬਣ। ਸੋ ਇਹ ਸੀ ਸਾਡਾ ਲੈਕਚਰ, ਜਿਸ ਦੇ ਵਿੱਚ ਅਸੀਂ ਟ੍ਰੈਡੀਸ਼ਨਲ ਫਾਈਲ ਪ੍ਰੋਸੈਸਿੰਗ ਸਿਸਟਮ, ਉਹਦੀਆਂ ਕਰੈਕਟਰਿਸਟਿਕਸ, ਉਹਦੀਆਂ ਲਿਮਿਟੇਸ਼ਨਸ, ਤੇ ਉਸ ਤੋਂ ਬਾਅਦ ਡਾਟਾਬੇਸ ਕੀ ਹੁੰਦਾ ਹੈ ਤੇ ਉਹਦਾ ਅੰਦਰੋਂ ਕੀ ਸਟਰਕਚਰ ਹੈ, ਕਿੱਦਾਂ ਦਾ ਉਹਦਾ ਇੰਟਰਨਲ ਵਿਊ ਹੈ, ਉਹ ਆਪਾਂ ਕੰਪੋਜੀਸ਼ਨ ਦੇ ਥਰੂ ਦੇਖ